7ਵੀਂ ਕਲਾਸ ਦੇ ਮੇਰੇ ਵਿਦਿਆਰਥੀਓ, ਤੁਹਾਡੀ ਅਭਿਆਸ 11.1 ਦੇ 5 ਕੁਐਸਚਨ ਪਿਛਲੀ ਵੀਡੀਓ ਵਿੱਚ ਕਰਕੇ ਤੁਹਾਨੂੰ ਭੇਜੇ ਗਏ ਸੀਗੇ। ਹੁਣ ਆਪਾਂ ਉਸ ਤੋਂ ਅੱਗੇ ਚੱਲਦੇ ਹਾਂ, 6ਵੇਂ ਕੁਐਸਚਨ ਨੂੰ ਸ਼ੁਰੂ ਕਰਨ ਜਾ ਰਹੇ ਹਾਂ। ਅਭਿਆਸ 11.1 ਇਸ ਗੱਲ ਦਾ ਧਿਆਨ ਰੱਖਿਓ ਕਿ ਤੁਹਾਡੀ ਐਕਸਰਸਾਈਜ਼ 11.1 ਹੈ, ਜਿਸ ਦਾ ਅਸੀਂ 6ਵਾਂ ਕੁਐਸਚਨ ਕਰਨ ਜਾ ਰਹੇ ਹਾਂ। ਅਸੀਂ ਦੋ ਫਾਰਮੂਲੇ ਯਾਦ ਕੀਤੇ ਸੀਗੇ, ਤੁਹਾਨੂੰ ਯਾਦ ਹੋਏਗਾ। ਇੱਕ ਤਾਂ ਵਰਗ ਦਾ ਪਰਿਮਾਪ 4 ਗੁਣਾ ਭੁਜਾ ਅਤੇ ਆਇਤ ਦਾ ਪਰਿਮਾਪ 2 ਬ੍ਰੈਕਟ ਦੇ ਵਿੱਚ ਲੰਬਾਈ ਜਮਾ ਚੌੜਾਈ, ਅਤੇ ਵਰਗ ਦਾ ਖੇਤਰਫਲ ਭੁਜਾ ਗੁਣਾ ਭੁਜਾ ਅਤੇ ਆਇਤ ਦਾ ਲੰਬਾਈ ਗੁਣਾ ਚੌੜਾਈ ਹੈ। ਉਮੀਦ ਹੈ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋ ਚੁੱਕੇ ਹੋਣਗੇ। ਹੁਣ ਕੁਐਸਚਨ ਕਹਿੰਦਾ ਹੈ ਵਰਗਾਕਾਰ ਪਾਰਕ ਅਤੇ ਆਇਤਾਕਾਰ ਪਾਰਕ ਦਾ ਖੇਤਰਫਲ ਬਰਾਬਰ ਹੈ। ਇਹਦਾ ਮਤਲਬ ਸਾਡੇ ਕੋਲ ਇੱਕ ਆਇਤਾਕਾਰ ਪਾਰਕ ਹੈ, ਅਸੀਂ ਇੱਕ ਆਇਤਾਕਾਰ ਪਾਰਕ ਬਣਾ ਲੈਂਦੇ ਹਾਂ, ਦੇਖੋ ਰਫਲੀ, ਅਤੇ ਇੱਕ ਵਰਗਾਕਾਰ ਅਤੇ ਇੱਕ ਵਰਗਾਕਾਰ ਬਣਾ ਦਿੰਦੇ ਹਾਂ। ਦੇਖੋ ਥੋੜ੍ਹਾ ਲੱਗਦਾ ਨਾ ਵਰਗਾਕਾਰ। ਦੇਖੋ ਬੇਟਾ, ਉਸਨੇ ਕਿਹਾ ਹੈ ਕਿ ਜੇ ਵਰਗਾਕਾਰ ਪਾਰਕ ਦੀ ਭੁਜਾ 75 ਹੈ, ਵਰਗਾਕਾਰ ਦੇ ਵਿੱਚ 75 ਲਿਖਣਾ ਹੈ, ਅਤੇ ਆਇਤਾਕਾਰ ਦੀ ਲੰਬਾਈ 125 ਲਿਖਣੀ ਹੈ, ਅਤੇ ਚੌੜਾਈ ਪਤਾ ਕਰਨੀ ਹੈ x। The area of the square park is same as that of rectangular park. If the side of square is 75 and length of the rectangle is 125, find the breadth of the rectangle. ਹੁਣ ਕੁਐਸਚਨ ਦੇ ਵਿੱਚ ਕੀ ਲਿਖਣਾ ਸੀ ਕਿ ਸਾਨੂੰ ਕਿਹਾ ਗਿਆ ਕਿ ਇਹਨਾਂ ਦਾ ਖੇਤਰਫਲ ਬਰਾਬਰ ਹੈ। ਦੇਖੋ ਬੇਟਾ, ਸਾਨੂੰ ਕਿਹਾ ਗਿਆ ਹੈ ਕਿ ਆਇਤ ਦਾ ਖੇਤਰਫਲ ਅਤੇ ਵਰਗ ਦਾ ਖੇਤਰਫਲ ਬਰਾਬਰ ਹੈ, ਅਤੇ ਇੰਗਲਿਸ਼ ਵਾਲੇ ਬੱਚੇ ਲਿਖਣਗੇ ਏਰੀਆ ਆਫ ਰੈਕਟੈਂਗਲ ਇਜ਼ ਇਕੁਅਲ ਟੂ ਏਰੀਆ ਆਫ ਸਕੁਆਇਰ। ਹੁਣ ਆਇਤ ਦਾ ਖੇਤਰਫਲ ਸੀਗਾ ਲੰਬਾਈ ਗੁਣਾ ਚੌੜਾਈ, ਆਹ ਤੁਹਾਡੇ ਕੋਲ L ਹੁੰਦਾ ਹੈ, ਆਹ ਤੁਹਾਡੇ ਕੋਲ B ਹੈ ਨਾ। ਅਤੇ ਵਰਗ ਦਾ ਹੁੰਦਾ ਹੈ ਭੁਜਾ ਗੁਣਾ ਭੁਜਾ, ਭੁਜਾ ਸਾਡੇ ਕੋਲ 75 ਹੈ, ਇਸ ਕਰਕੇ 75 ਗੁਣਾ 75। ਹੁਣ ਆਪਾਂ x ਦੇ ਨਾਲ 125 ਨੂੰ ਉਸ ਘਰ ਭੇਜਾਂਗੇ ਤਾਂ ਉਹ ਹੋ ਜਾਏਗਾ 75 ਗੁਣਾ 75 ਬਟਾ 125। ਹੁਣ ਅਸੀਂ ਕੀ ਕਰਨਾ ਹੈ, ਧਿਆਨ ਨਾਲ ਸਮਝਣਾ ਹੈ। 75 ਨੂੰ 75 ਨਾਲ ਗੁਣਾ ਕਰਨੀ ਹੈ, ਅਤੇ ਫਿਰ 125 ਨਾਲ ਭਾਗ ਕਰ ਦੇਣੀ ਹੈ। ਅਤੇ ਦੇਖੋ ਬੇਟਾ, ਅਸੀਂ ਇਹਨੂੰ ਗੁਣਾ ਕਰਕੇ ਆ ਗਿਆ 56 25, ਅਤੇ ਇਹਨੂੰ 125 ਨਾਲ ਭਾਗ ਕਰਕੇ ਆ ਗਿਆ 45 ਮੀਟਰ। ਅਤੇ ਤੁਸੀਂ ਚਾਹੁੰਦੇ ਤਾਂ ਇਸ ਨੂੰ ਕਟਿੰਗ ਕਰਕੇ ਵੀ ਕੱਢ ਸਕਦੇ ਸੀ, ਤੁਸੀਂ ਦੇਖ ਸਕਦੇ ਹੋ। ਜੇਕਰ ਤੁਹਾਨੂੰ ਕਟਿੰਗ ਵਧੀਆ ਲੱਗਦੀ ਹੁੰਦੀ, ਜਿਵੇਂ ਕਿ 75 ਗੁਣਾ 75 ਬਟਾ 125 ਸੀਗਾ, ਤੁਹਾਨੂੰ ਪਤਾ ਹੀ ਹੈ ਕਟਿੰਗ ਕਰਨ ਦੇ ਵਿੱਚ 25 ਦਾ ਪਾੜਾ ਜੇ ਤੁਹਾਨੂੰ ਆਉਂਦਾ ਹੈ, 25 ਤੀਆ 75, 25 ਪੰਜਾ 125, ਫਿਰ 5 ਨਾਲ ਇਹਨੂੰ ਕੱਟਿਆ, 15 ਪੰਜਾ 75, ਹੁਣ 15 ਤੀਆ 45। ਕਟਿੰਗ ਵੀ ਕੀਤੀ ਜਾ ਸਕਦੀ ਸੀਗੀ। ਜੇ ਕਟਿੰਗ ਕਿਸੇ ਬੱਚੇ ਨੂੰ ਨਹੀਂ ਆਉਂਦੀ ਤਾਂ ਫਿਰ ਉੱਪਰ ਵਾਲੇ ਨੂੰ ਗੁਣਾ ਕਰੇਗਾ ਅਤੇ ਫਿਰ 125 ਨਾਲ ਭਾਗ ਕਰ ਦੇਗਾ, ਤਾਂ ਤੁਹਾਡਾ 45 ਆਨਸਰ ਆ ਜਾਏਗਾ। ਹੁਣ ਇਹ ਤਾਂ ਆ ਗਿਆ ਸਾਡੇ ਕੋਲ ਚੌੜਾਈ। ਹੁਣ ਉਹ ਕੀ ਕਹਿੰਦਾ, ਅੱਗੇ ਪੜ੍ਹੋ। ਆਇਤ ਦਾ ਪਰਿਮਾਪ ਵੀ ਪਤਾ ਕਰੋ, ਫਾਈਂਡ ਪੈਰੀਮੀਟਰ ਆਫ ਰੈਕਟੈਂਗਲ। ਹੁਣ ਆਪਾਂ ਪਤਾ ਕਰਨਾ ਹੈ ਆਇਤ ਦਾ ਪਰਿਮਾਪ, ਸਿਰਫ ਆਇਤ ਦਾ ਹੀ ਪਰਿਮਾਪ ਮੰਗਿਆ ਉਸਨੇ, ਇਸ ਕਰਕੇ ਮੈਂ ਆਇਤ ਦਾ ਪਰਿਮਾਪ ਹੀ ਪਤਾ ਕਰਾਂਗਾ, ਜੋ ਕਿ ਤੁਹਾਨੂੰ ਯਾਦ ਹੈ ਫਾਰਮੂਲਾ 2 ਬ੍ਰੈਕਟ ਦੇ ਵਿੱਚ ਲੰਬਾਈ ਜਮਾ ਚੌੜਾਈ ਹੁੰਦਾ ਹੈ। ਹੁਣ ਦੇਖੋ ਜੀ, ਲੰਬਾਈ ਕਿੰਨੀ ਹੈ? ਲੰਬਾਈ ਹੈ 125 ਅਤੇ ਚੌੜਾਈ ਹੁਣੇ ਪਤਾ ਕੀਤੀ 45। ਅਤੇ ਪਹਿਲਾਂ ਆਪਾਂ 125 ਦੇ ਵਿੱਚ 145 ਨੂੰ ਜੋੜਾਂਗੇ, 170 ਆ ਗਿਆ, ਅਤੇ 170 ਨੂੰ 2 ਨਾਲ ਗੁਣਾ ਕੀਤਾ, 340 ਮੀਟਰ ਤੁਹਾਡਾ ਆਨਸਰ ਆ ਗਿਆ। ਅਤੇ ਇਸ ਤਰ੍ਹਾਂ ਸਾਡਾ 6ਵਾਂ ਕੁਐਸਚਨ ਪੂਰਾ ਹੀ ਕੰਪਲੀਟ ਹੋ ਗਿਆ, ਜਿਹਦੇ ਵਿੱਚ ਪਹਿਲਾਂ ਅਸੀਂ ਦੋਨਾਂ ਦੇ ਖੇਤਰਫਲਾਂ ਨੂੰ ਬਰਾਬਰ ਰੱਖ ਕੇ ਚੌੜਾਈ ਪਤਾ ਕਰਨੀ ਸੀ, ਅਤੇ ਫਿਰ ਆਇਤ ਦਾ ਪਰਿਮਾਪ ਪਤਾ ਕਰਨਾ ਸੀਗਾ। ਉਮੀਦ ਹੈ ਸਮਝ ਆਇਆ। 7ਵੇਂ ਕੁਐਸਚਨ ਵੱਲ ਚੱਲਦੇ ਹਾਂ। ਲੋ ਜੀ, 7ਵਾਂ ਕੁਐਸਚਨ ਬਹੁਤ ਹੀ ਸੌਖਾ ਹੈ। ਡਾਇਗਰਾਮ ਤੁਹਾਡੇ ਸਾਹਮਣੇ ਬਣਿਆ ਹੋਇਆ ਹੈ। ਕਹਿੰਦਾ ਹੈ ਕਿ ਦਰਵਾਜ਼ਾ ਜਿਸ ਦੀ ਲੰਬਾਈ ਅਤੇ ਚੌੜਾਈ ਦਿੱਤੀ ਗਈ ਹੈ, ਲੰਬਾਈ ਹੈ 2.5 ਅਤੇ ਚੌੜਾਈ ਹੈ 1.5, ਦੀਵਾਰ ਵਿੱਚ ਲਗਾਇਆ ਗਿਆ ਹੈ। ਦੀਵਾਰ ਦੀ ਲੰਬਾਈ ਵੀ ਦਿੱਤੀ ਗਈ ਹੈ ਬੇਟਾ ਜੀ 9 ਮੀਟਰ ਅਤੇ 6 ਮੀਟਰ। 30 ਰੁਪਏ ਪ੍ਰਤੀ ਮੀਟਰ ਦੀ ਦੀ ਦਰ ਨਾਲ ਦੀਵਾਰ ਨੂੰ ਰੰਗ ਕਰਨ ਦਾ ਖਰਚ ਪਤਾ ਕਰਨਾ ਹੈ। ਬੇਟਾ, ਸਭ ਤੋਂ ਪਹਿਲਾਂ ਤਾਂ ਅਸੀਂ ਜਿਸ ਹਿੱਸੇ ਨੂੰ ਰੰਗ ਕਰਨਾ ਹੈ ਉਹ ਖੇਤਰਫਲ ਪਤਾ ਕਰਨ ਲਈ ਦੀਵਾਰ ਦੇ ਖੇਤਰਫਲ ਦੇ ਵਿੱਚੋਂ ਦਰਵਾਜ਼ੇ 'ਤੇ ਥੋੜ੍ਹਾ ਪੇਂਟ ਕਰਨਾ, ਦੀਵਾਰ ਵਾਲਾ ਪੇਂਟ ਤਾਂ ਦੀਵਾਰ 'ਤੇ ਹੋਊਗਾ ਨਾ, ਤਾਂ ਦੀਵਾਰ ਦੇ ਖੇਤਰਫਲ ਦੇ ਵਿੱਚੋਂ ਦਰਵਾਜ਼ੇ ਦੇ ਖੇਤਰਫਲ ਨੂੰ ਕੀ ਕਰਨਾ ਪੈਣਾ ਹੈ, ਮਾਈਨਸ ਘਟਾਓ ਕਰਨੀ ਪੈਣੀ ਹੈ। ਠੀਕ ਹੈ। ਦੇਖੋ ਬੇਟਾ, ਸਭ ਤੋਂ ਪਹਿਲਾਂ ਲਿਖਣ ਦਾ ਕੀ ਤਰੀਕਾ ਅਪਣਾਇਆ ਅਸੀਂ। ਸਭ ਤੋਂ ਪਹਿਲਾਂ ਸਾਡੇ ਕੋਲ ਦੋ ਗੱਲਾਂ ਹੋ ਰਹੀਆਂ ਨੇ, ਇੱਕ ਦੀਵਾਰ ਹੈ ਅਤੇ ਇੱਕ ਦਰਵਾਜ਼ਾ ਹੈ, ਅਤੇ ਮੈਂ ਇੱਥੇ ਲਿਖ ਲਿਆ ਦੀਵਾਰ ਲਈ। ਇੰਗਲਿਸ਼ ਵਾਲੇ ਵਿੱਚ ਲਿਖਣਗੇ 4 ਵਾਲਸ, 4 ਵਾਲ, ਅਤੇ ਦੂਜੇ ਪਾਸੇ ਮੈਂ ਲਿਖ ਲਿਆ ਹੈ ਦਰਵਾਜ਼ੇ ਲਈ, ਜਿਹਦਾ ਮਤਲਬ ਕੀ ਹੋ ਗਿਆ, 4 ਡੋਰ। ਹੁਣ ਦੱਸੋ, ਪਹਿਲਾਂ ਦੀਵਾਰ ਦੀ ਗੱਲ ਕਰੀਏ। ਦੀਵਾਰ ਦੀ ਲੰਬਾਈ ਹੈ 9 ਮੀਟਰ, ਚੌੜਾਈ ਹੈ 6 ਮੀਟਰ, ਤਾਂ ਖੇਤਰਫਲ ਕੀ ਹੋਇਆ, ਲੰਬਾਈ ਗੁਣਾ
ਚੌੜਾਈ मतलब 9 ਛਿਕਾ 54 मीटर ਦੀ ਘਾਤ 2। ਇਹ ਸਾਡਾ ਆ ਗਿਆ ਦੀਵਾਰ ਦਾ ਖੇਤਰਫਲ। ਇਸੇ ਤਰ੍ਹਾਂ ਦਰਵਾਜ਼ੇ ਦੀ ਲੰਬਾਈ ਹੈ 2.5 मीटर, ਚੌੜਾਈ ਹੈ 1.5 मीटर, ਤਾਂ ਖੇਤਰਫਲ ਹੁੰਦਾ ਹੈ ਲੰਬਾਈ ਗੁਣਾ ਚੌੜਾਈ। ਜਿਵੇਂ ਕਿ ਤੁਹਾਨੂੰ ਦੱਸਿਆ ਸੀ ਦਸ਼ਮਲਵ ਵਾਲੇ ਕੁਐਸਚਨ ਦੇ ਵਿੱਚ ਅਸੀਂ ਦਸ਼ਮਲਵ ਤੋੜ ਕੇ ਥੱਲੇ 10 ਲਗਾਉਂਦੇ ਹਾਂ, ਇੱਧਰ ਵੀ ਦਸ਼ਮਲਵ ਤੋੜ ਕੇ ਅਸੀਂ ਕੀ ਲਗਾ ਲਿਆ 10। 25 ਨੂੰ ਅਸੀਂ 15 ਨਾਲ ਗੁਣਾ ਕਰਾਂਗੇ ਅਤੇ ਫਿਰ ਨੀਚੇ 10 ਨੂੰ 10 ਨਾਲ ਗੁਣਾ ਕਰਾਂਗੇ। ਹੁਣ 25 ਨੂੰ ਅਸੀਂ 15 ਨਾਲ ਗੁਣਾ ਕਰਨ ਜਾ ਰਹੇ ਹਾਂ। 25 ਨੂੰ ਜਦੋਂ 15 ਨਾਲ ਗੁਣਾ ਕਰਾਂਗੇ, 5 5 25, 5 ਉੱਪਰ 2, 5 ਦੂਣੀ 10 ਤੇ 2 12, 5 ਏਕਮ 5, 2 5 7 ਤੇ 3, 375 ਆ ਗਿਆ ਜੀ ਸਾਡੇ ਕੋਲ, ਅਤੇ ਨੀਚੇ ਆ ਗਿਆ ਜੀ 100। 100 ਦਾ ਇੱਕ ਤੇ ਇੱਕ 2 ਜ਼ੀਰੋ ਹੋਣ ਕਰਕੇ 3.75 ਮੀਟਰ ਦੀ ਘਾਤ 2 ਸਾਡੇ ਕੋਲ ਖੇਤਰਫਲ ਆ ਚੁੱਕਾ ਹੈ ਦਰਵਾਜ਼ੇ ਦਾ। ਹੁਣ ਆਪਾਂ ਕੀ ਸੋਚਿਆ ਸੀਗਾ ਦੱਸੋ, ਕਿ ਅਸੀਂ ਪੂਰੀ ਦੀਵਾਰ ਦੇ ਖੇਤਰਫਲ ਦੇ ਵਿੱਚੋਂ ਦਰਵਾਜ਼ੇ ਦੇ ਖੇਤਰਫਲ ਨੂੰ ਕੀ ਕਰਾਂਗੇ ਮਾਈਨਸ, ਤਾਈਓ ਸਾਡੇ ਕੋਲ ਪੇਂਟ ਕਰਨ ਜੋ ਖੇਤਰਫਲ ਆਏਗਾ ਨਾ। ਦੇਖੋ ਬੇਟਾ ਲਿਖ ਲਿਆ ਕਿ ਪੇਂਟ ਕਰਨ ਯੋਗ ਦੀਵਾਰ ਦਾ ਖੇਤਰਫਲ ਕਿਵੇਂ ਪਤਾ ਲੱਗੇਗਾ, ਅਸੀਂ ਪੂਰੀ ਦੀਵਾਰ ਦੇ ਖੇਤਰਫਲ ਦੇ ਵਿੱਚੋਂ ਦਰਵਾਜ਼ੇ ਦੇ ਖੇਤਰਫਲ ਨੂੰ ਮਾਈਨਸ ਕਰਾਂਗੇ। ਹੁਣ ਮਾਈਨਸ ਕਿਵੇਂ ਕਰਨੀ ਹੈ, ਦੇਖੋ 54 ਦੇ ਵਿੱਚੋਂ ਮਾਈਨਸ ਕਰਨਾ ਹੈ, ਅਤੇ 54 ਤੋਂ ਬਾਅਦ ਦਸ਼ਮਲਵ ਜ਼ੀਰੋ ਲਗਾਉਣੀ ਹੁੰਦੀ ਹੈ ਬੇਟਾ। ਹੁਣ 3.7 ਤੇ 5 ਦੇ ਉੱਪਰ ਵੀ ਜ਼ੀਰੋ ਲੱਗੇਗੀ। ਹੁਣ ਘਟਾਓ ਕਰਨੀ ਹੈ, ਘਟਾਓ 'ਚ ਬਹੁਤ ਗਲਤੀਆਂ ਕਰਦੇ ਹੋ ਬੇਟਾ ਤੁਸੀਂ। ਜ਼ੀਰੋ ਨੇ ਹਾਸਲ ਲਿਆ, 10 ਚੋਂ 5 ਗਏ 5, ਇੱਥੇ ਰਹਿ ਗਏ 9, 9 ਚੋਂ 7 ਗਏ 2, ਇੱਥੋਂ ਹਾਸਲ ਲੈ ਚੁੱਕਾ ਸੀ 3 ਸੀਗੇ, 3 ਚੋਂ 3 ਗਏ 0 ਅਤੇ 5 ਉਤਰ ਗਿਆ। ਆਨਸਰ ਆ ਗਿਆ 50.25, 50.25 ਮੀਟਰ ਦੀ ਘਾਤ 2। ਅਤੇ ਇਹ ਸਾਡੇ ਕੋਲ ਹੁਣ ਜਿਹੜਾ ਖੇਤਰਫਲ ਆਇਆ ਹੈ ਬੇਟਾ ਜੀ, ਇਹ ਖੇਤਰਫਲ ਆਇਆ ਹੈ ਸਾਡੇ ਕੋਲ ਪੇਂਟ ਕਰਨ ਲਈ। ਹੁਣ ਖਰਚਾ ਪਤਾ ਕਰਨਾ ਹੈ ਨਾ। ਹੁਣ ਖਰਚਾ ਕਿਵੇਂ ਪਤਾ ਕਰਨਾ, ਤੁਹਾਨੂੰ ਉੱਪਰ ਦੇਖ ਰਹੇ ਹੋ ਤੁਸੀਂ ਕੁਐਸਚਨ ਦੇ ਵਿੱਚ ਕਿ ਖਰਚਾ ਪਤਾ ਕਰਨ ਲਈ 30 ਰੁਪਏ ਨਾਲ ਗੁਣਾ ਕਰਨੀ ਹੈ। ਅਤੇ ਹੁਣ ਅਸੀਂ ਪਤਾ ਕਰਨ ਲੱਗੇ ਹਾਂ ਜੀ ਖਰਚਾ, ਇਹਦਾ ਮਤਲਬ 50.25 ਨੂੰ ਅਸੀਂ ਕਿਹਦੇ ਨਾਲ ਗੁਣਾ ਕਰਾਂਗੇ 30 ਦੇ ਨਾਲ। ਖਰਚੇ ਨੂੰ ਅਸੀਂ ਇੰਗਲਿਸ਼ 'ਚ ਕੀ ਲਿਖਾਂਗੇ ਕੋਸਟ। ਹੁਣ ਤੁਸੀਂ ਦੇਖੋ ਗੁਣਾ ਕਿੱਦਾਂ ਕਰਨੀ ਹੈ, ਮੈਂ ਤੁਹਾਨੂੰ ਦੱਸਿਆ ਸੀ ਗੁਣਾ ਵੀ ਦਸ਼ਮਲਵ ਨੂੰ ਤੋੜੀਦਾ ਹੁੰਦਾ ਹੈ। 50 25 ਬਟਾ ਦਸ਼ਮਲਵ ਤੋਂ ਬਾਅਦ 2 ਅੱਖਰ ਨੇ ਤਾਂ 100 ਲੱਗੇਗਾ, ਗੁਣਾ 30, ਇੱਕ ਜ਼ੀਰੋ ਨਾਲ ਇੱਕ ਜ਼ੀਰੋ ਕੱਟ ਦੇਣੀ ਹੈ। ਹੁਣ 50 25 ਨੂੰ 3 ਨਾਲ ਗੁਣਾ ਕਰਨੀ ਹੈ ਬੇਟਾ ਜੀ। ਧਿਆਨ ਨਾਲ ਦੇਖਿਓ, ਅਸੀਂ ਗੁਣਾ ਕਰਨ ਜਾ ਰਹੇ ਹਾਂ। 50 25 ਨੂੰ 3 ਨਾਲ ਗੁਣਾ, ਦੇਖੋ ਧਿਆਨ ਨਾਲ, 5 15, 5 ਉੱਪਰ 1, 3 ਦੂਣੀ 6 ਤੇ 1 7, 0, 5 15, ਕਿੰਨਾ ਆ ਗਿਆ 15 0 75, ਅਤੇ ਅਸੀਂ ਇੱਥੇ ਲਿਖ ਦਿੱਤਾ 15 0 75 ਬਟਾ ਕੀ ਰਹਿ ਗਿਆ 10, 10 ਦਾ ਇੱਕ ਦਸ਼ਮਲਵ ਲੱਗੇਗਾ, ਇਹਦਾ ਮਤਲਬ ਰੁਪਏ 1507.5 ਤੁਹਾਡਾ ਆਨਸਰ ਆ ਗਿਆ। ਕੁਐਸਚਨ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋ, ਕੁਐਸਚਨ ਵੱਡਾ ਨਹੀਂ ਹੈ। ਤੁਹਾਡੇ ਕੋਲ ਇਸ ਡਾਇਗਰਾਮ ਦੇ ਵਿੱਚ ਬੇਟਾ ਜੀ 2 ਚੀਜ਼ਾਂ ਸੀਗੀਆਂ, ਦੀਵਾਰ ਅਤੇ ਦਰਵਾਜ਼ਾ। ਦੀਵਾਰ ਦਾ ਖੇਤਰਫਲ ਲੰਬਾਈ ਗੁਣਾ ਚੌੜਾਈ ਨਾਲ ਕੱਢਿਆ, ਦਰਵਾਜ਼ੇ ਦਾ ਖੇਤਰਫਲ ਵੀ ਲੰਬਾਈ ਗੁਣਾ ਚੌੜਾਈ ਨਾਲ ਕੱਢਿਆ ਗਿਆ, ਦੋਨਾਂ ਨੂੰ ਮਾਈਨਸ ਕੀਤਾ ਗਿਆ, ਅਤੇ ਜੋ ਵੀ ਆਨਸਰ ਆਇਆ ਉਸ ਆਨਸਰ ਨੂੰ 30 ਨਾਲ ਗੁਣਾ ਕੀਤਾ ਗਿਆ। ਇੰਨਾ ਹੀ ਕੰਮ ਹੈ ਬੇਟਾ। ਉਮੀਦ ਹੈ ਤੁਹਾਨੂੰ ਸਮਝ ਆਇਆ ਹੋਵੇਗਾ। 8ਵੇਂ ਕੁਐਸਚਨ ਵੱਲ ਚੱਲਦੇ ਹਾਂ। 8ਵਾਂ ਕੁਐਸਚਨ ਕਹਿੰਦਾ ਹੈ ਕਿ 3 ਮੀਟਰ 2 ਮੀਟਰ ਮਾਪ ਦਾ ਇੱਕ ਦਰਵਾਜ਼ਾ ਅਤੇ ਇੰਨੇ ਮਾਪ ਦੀ ਇੱਕ ਖਿੜਕੀ ਨੂੰ ਦੀਵਾਰ ਵਿੱਚ ਲਗਾਇਆ ਗਿਆ। ਸੇਮ ਕੁਐਸਚਨ ਪਿਛਲੇ ਵਾਲਾ ਹੀ ਹੈ, ਪਰ ਇਸ ਕੁਐਸਚਨ ਦੇ ਵਿੱਚ ਦੀਵਾਰ 'ਚ ਇੱਕ ਦਰਵਾਜ਼ੇ ਦੇ ਨਾਲ ਨਾਲ ਇੱਕ ਖਿੜਕੀ ਵੀ ਹੈ, ਅਤੇ ਦੀਵਾਰ ਦੀ ਲੰਬਾਈ ਸਾਨੂੰ ਦਿੱਤੀ ਗਈ ਹੈ 7.8 ਤੇ 3.9, ਅਤੇ 25 ਰੁਪਏ ਨਾਲ ਗੁਣਾ ਕਰਨਾ। ਬਿਲਕੁਲ ਸੇਮ ਕੁਐਸਚਨ ਹੈ, ਬਸ ਫਰਕ ਕੀ ਹੈ, ਇਹਦੇ ਵਿੱਚ ਦਰਵਾਜ਼ੇ ਦੇ ਨਾਲ ਨਾਲ ਖਿੜਕੀ ਵੀ ਹੈ। ਲਓ ਜੀ, ਮੈਂ ਤੁਹਾਨੂੰ ਡਾਇਗਰਾਮ ਬਣਾ ਕੇ ਦਿਖਾਇਆ। ਦੇਖੋ ਇਸ ਤਰ੍ਹਾਂ ਦਾ ਕੋਈ ਡਾਇਗਰਾਮ ਹੋਏਗਾ। ਆਹ ਦੀਵਾਰ ਹੈ, ਉਹਦੇ ਵਿੱਚ ਇੱਕ ਦਰਵਾਜ਼ਾ ਹੈ, ਇੱਕ ਖਿੜਕੀ ਹੈ। ਇਟ ਮੀਨ ਅਸੀਂ ਇਸ ਦੀਵਾਰ ਦੇ ਖੇਤਰਫਲ ਦੇ ਵਿੱਚੋਂ ਸਾਨੂੰ ਦਰਵਾਜ਼ੇ ਦੇ ਖੇਤਰਫਲ ਨੂੰ ਵੀ ਮਾਈਨਸ ਕਰਨਾ ਪਏਗਾ ਅਤੇ ਖਿੜਕੀ ਦੇ ਖੇਤਰਫਲ ਨੂੰ ਵੀ ਮਾਈਨਸ ਕਰਨਾ ਪਏਗਾ। 2 ਮਾਈਨਸ ਕਰਨੇ ਪੈਣੇ ਨਾ। ਇਟ ਮੀਨ ਅਸੀਂ ਹੁਣ 3 ਵਾਰ ਕੱਢਣਾ। ਇੱਕ ਵਾਰੀ ਪਹਿਲੇ ਦੀਵਾਰ ਦਾ ਖੇਤਰਫਲ,
फिर दरवाजे का तो फिर खिड़की का। देखो बेटा असीं 3 बना ले। दीवार वास्ते फॉर वॉल, दरवाजे वास्ते फॉर डोर एंड खिड़की वास्ते फॉर विंडो। हुण देखो सब तो पहला आ दरवाजा है 3 ते 2, दरवाजा इधर है जी 3 मीटर ते 2 मीटर, खेत्रफल लंबाई गुना चौड़ाई 6 मीटर की घात 2, कंप्लीट हो गया दरवाजा। फिर आ गया जी खिड़की 2.5 मीटर ते 1.5 मीटर। इनू लिखांगे लंबाई 2.5 गुना चौड़ाई 1.5। दशमलव वाली गल तुहानूं दसी सी मैं, 25 के थले लिखांगे 10, 15 के थले भी लिखांगे 10। 25 नूं 15 नाल गुणा किया 375 आ गया, नीचे 100 आ गया। 100 ਦੇ ਵਿੱਚ 2 ਜ਼ੀਰੋ तो 0.2 ਤੋਂ ਬਾਅਦ लगेगा। 3.75 मीटर की घात 2 ਤੁਹਾਡੇ ਕੋਲ आ गया दरवाजे का खिड़की का खेत्रफल। दरवाजा भी कंप्लीट हो चुका है जी, खिड़की भी कंप्लीट हो चुकी है। हुण गल करते हैं दीवार की। तो फिर दीवार की लंबाई है 7.8 मीटर तो 3.9 मीटर। तो इत्थे आ गया लंबाई गुना चौड़ाई 3.9, ਇਹਦਾ मतलब 78/10 गुणा 39/10। ਹੁਣ ਅਸੀਂ 78 ਨੂੰ 39 ਨਾਲ ਗੁਣਾ ਕਰਾਂਗੇ। 78 ਨੂੰ ਅਸੀਂ 39 ਨਾਲ ਗੁਣਾ ਕਰਾਂਗੇ। 9 8 72, 2 ਉੱਪਰ 7, 9 7 63 ਤੇ 7 70, 8 3 24, 4 ਉੱਪਰ 2, 7 3 21 22 23, 2 4 0 3 30 42। तो ਤੁਹਾਡਾ आंसर आ गया 30/42/100, ਜਿਹਨੂੰ ਅਸੀਂ ਕਵਾਂਗੇ 30.42 मीटर की घात 2। तो इस तरह ਅਸੀਂ दीवार का खेत्रफल भी पता कर लिया, दरवाजे का भी तो खिड़की का भी। ਹੁਣ ਆਪਾਂ दीवार के खेत्रफल ਦੇ ਵਿੱਚੋਂ ਇਹਨਾਂ ਦੋਨਾਂ ਨੂੰ जोड़ के घटा ਦਾਂਗੇ। देखो ध्यान नाल, देखो ध्यान बेटा। रंग करन चों खेत्रफल पता करने लिए ਅਸੀਂ ਕੀ ਕੀਤਾ, ਤੁਹਾਨੂੰ पता ही कि पूरी दीवार ਦੇ ਵਿੱਚੋਂ ਅਸੀਂ ਇਹਨਾਂ ਦੋਨਾਂ ਨੂੰ ਘਟਾਉਣਾ ਨਾ, ਪਹਿਲਾਂ ਇਹਨਾਂ ਦੋਨਾਂ ਨੂੰ जोड़ ਲਈਏ। देखो पूरी दीवार के खेत्रफल ਦੇ ਵਿੱਚੋਂ माइनस करना है ਇਹਨਾਂ ਦੋਨਾਂ दरवाजे ਤੇ खिड़की ਨੂੰ जोड़ के। फिर ਇਹਨੂੰ जोड़ कर देने, ਇਹਦਾ मतलब 30.42 ਦੇ ਵਿੱਚੋਂ माइनस करना है जोड़ करके 9.75 ਨੂੰ। ਹੁਣ ਅਸੀਂ ਇਹਨੂੰ माइनस करांगे, ध्यान ਨਾਲ देखियो। 30.42 ਦੇ ਵਿੱਚੋਂ 9.75 माइनस करांगे, हासिल लिया 12 चों 5 गए 7, इत्थे रह गए 3, 3 ने हासिल लिया इत्थों 2 रह गए तो इत्थे हो गए 13, 13 चों 7 गए 6, इधर की रह गया 9, 9 चों 9 गए 0 तो 2, कितना आ गया साढ़े कोल खेत्रफल आ गया है जी 20.67 मीटर की घात 2, जिहदे ते पेंट करना। हुण तुहानूं तां पता ही असीं कढना की सी खर्चा, खर्चा मतलब कोस्ट। इंग्लिश वाले बच्चे ने कोस्ट लिखना है तो किवें पता करनी है, 20.67 ਨੂੰ किहदे नाल गुणा करांगे 25 ਦੇ ਨਾਲ। वैरी गुड, क्योंकि ऊपर 25 रुपये दिता सीगा। 20.67 गुणा 25 रुपये हो जाएंगे तो 267/100 गुणा 25। ਹੁਣ ਅਸੀਂ 267 ਨੂੰ 25 ਨਾਲ ਗੁਣਾ ਕਰਾਂਗੇ तो गुणा करके आ गया जी 51675/100 नाल लगेगा रुपये। साडा आंसर आ गया रुपये 516.75। तो ये साडा इस क्वेश्चन का की हो गया आंसर। दोनों ही क्वेश्चन ध्यान नाल देखियो, बहुत ही इंपॉर्टेंट तो बहुत ही ईजी सीगे। इस तो पिछले क्वेश्चन के असी सिर्फ दीवार चो दरवाजा माइनस किया सीगा, तो इस क्वेश्चन के असी दीवार के विचों दरवाजे तो खिड़की को प्लस करके माइनस किया है। बाकी काम वही है कि पहले दीवार का खेत्रफल पता किया, दरवाजे का खेत्रफल पता किया, खिड़की का खेत्रफल पता किया, तीनों की लंबाई गुना चौड़ाई, लंबाई गुना चौड़ाई, लंबाई गुना चौड़ाई। तो फिर दीवार के खेत्रफल के विचों दरवाजे तो खिड़की को प्लस किया और माइनस कर लिया। हुण जो भी आया उन्होंने 25 नाल गुणा कर लिया। 8 क्वेश्चन साडे कंप्लीट हो चुके हैं। 9वें क्वेश्चन वाल चलते हैं। 9वां क्वेश्चन देखो जी, डायग्राम तुहाडे सामने है तो लिखा जा रहा है कि हेठ लिखे चित्रों का खेत्रफल और परिमाप पता करो। पहली गल, परिमाप तो सब तो सौखा होंदा, इस करके सब तो पहला मैं तुहानूं परिमाप ही हल करके दिखा रहा। परिमाप जिसनों असीं पंजाबी मीडियम वाले बच्चे की लिखणगे, पैरीमीटर।
किसी भी फिगर का जो परिमाप पता करना है तो देखो की करते हैं, सारिया भुजावां का जोड़। मतलब सब तो पहला देखो आ वाली भुजा कितनी है 9, इतने टिक कर दो, 9 लिख लिया, प्लस उस तो बाद 2 2 लिख लिया, प्लस सिर्फ बाउंड्री दे 2 तो बाद 3.5, प्लस फिर 3, प्लस फिर 2 5 2 5, प्लस 3.5 प्लस 10। देखो ध्यान नाल समझ लग गई किस तरह, 1 9 फिर 2, देखो 9 2 3.5 3 2 5 3.5 ਤੇ 10 ਸਾਰਿਆਂ ਨੂੰ ਜੋੜ ਕਰਨੀ ਹੈ। ਹੁਣ ਜੋੜ ਕਿਵੇਂ ਕਰਨੀ ਹੈ, ਦਸ਼ਮਲਵ ਵਾਲੀ ਸੰਖਿਆਵਾਂ ਨੂੰ ਛੱਡ ਕੇ ਬਾਕੀ ਸਾਰੇ ਜੋੜ ਕਰ ਦਿਓ। मतलब 9 ਚ 2 जोड़े 11, 11 ਤੇ 3 जोड़ो 11 12 13 14 15 16, 16 ਚ 5 जमा किते 21, 21 ਦੇ 10 31, ਤੇ ਇਹ ਹੋ ਗਿਆ ਟੋਟਲ 31 जमा। ਹੁਣ ਦਸ਼ਮਲਵ ਵਾਲੇ 'ਚ ਦਸ਼ਮਲਵ ਵਾਲਾ ਜੋੜ ਦਿਓ, 3.5 'ਚ 3.5 ਜੋੜੇ 7, ਇਹਦਾ ਤੁਹਾਡਾ ਆਨਸਰ ਕਿੰਨਾ ਆ ਗਿਆ 38 ਸੈਂਟੀਮੀਟਰ ਆਨਸਰ। तो तुसी देखो कितना ही सौखा सीगा परिमाप पता करना। हुण असीं पता करना है खेत्रफल। खेत्रफल दे विच थोड़ा ध्यान नाल समझना पैना बेटा। पहली गल परिमाप तुहानूं समझ लग गई कि सारी बाउंड्री दी जिन्नी भी डायमेंशन दित्तियां ने उन्हां नूं जोड़ कर दिओ ना। हुण आपां खेत्रफल करन लगे हां, ध्यान नाल देखिओ। सब तो पहलां की कर रहे हां असीं, सब तो पहलां आपां असीं अपनी फिगर दे विच लाइनां ड्रॉ कर रहे हां। ध्यान नाल देखिओ, सब तो पहलां मैं की कीता, देखो इस लाइन नूं पूरा सीधा अगे अगे नूं वधा दित्ता, ठीक है बेटा। इस तरह इस लाइन भी अगे वधाता, तो इस तरह आ 2 लाइनां मैं अपनी मर्जी नाल एक्सटेंड कीतियां, जिस नाल की होया साडे कोल एक फिगर आ वाली आ गई, एक फिगर आ वाली आ गई आयत, ते एक तीजा आयत सानू इत्थों मिल गया। ਇਹਦਾ मतलब हुण 3 आयतां ਦੇ ਖੇਤਰਫਲਾਂ ਨੂੰ ਕੱਢ ਕੇ ਜੋੜ ਕਰਨੀ ਆ बस। ਹੁਣ प्रॉब्लम कित्थे है, प्रॉब्लम यह है कि सानू आयत की लंबाई चौड़ाई किवें पता लगेगी। हुण ये ध्यान रखो, सब तो पहले मैं थोड़ा हाईलाइट कर देना तुहानूं ताकि पता लग सके। देखो बेटा अपना पहला आयत हाईलाइट हो चुका है। हुण तुसीं देखो उहदी आ कितनी है टोटल 2 सेंटीमीटर, तो हुण आ कितनी है देखो आ लाइन कितनी है 3.5, तो बाकी सोचने की लोड़ ही नहीं, क्योंकि तुहानूं आयत की एक पासे की लंबाई तो एक पासे की चौड़ाई ही चाहिए होंदी है। इस करके तुहानूं पहली आयत की लंबाई की चौड़ाई मिल चुकी है। देखो बेटा मैं इत्थे 1 2 3 लगा दिते ने। एक दे विच लंबाई से सानू पता लगी है 3.5। लंबाई की चौड़ाई किसी भी मनिया जा सकता है बेटा, घबराना नहीं कि किनू लंबाई मनना किनू चौड़ाई। तो एरिया हो गया लंबाई गुना चौड़ाई, तो यदा तुहाडा एरिया आ चुका है 7 सेंटीमीटर की घात 2 7। इस तरह साडा पहला शेड एरिया कंप्लीट हो चुका है, जिसका खेत्रफल असीं पता कर चुके हैं 7। हुण गल करते हैं दूजे की। दूजे एरिया नूं शेड कर रहे हैं, ध्यान नाल देखिओ। दूजा देखो जी एरिया दे विच तुहाडे कोल जिहड़ी आ लंबाई है ये कितनी है 2, तो हुण आपां पता करनी है आ वाली चीज़ कितनी है। देखो ध्यान नाल देखो आ 3 इत्थे तक हिस्सा है 3, तो आ हिस्सा है 2, 3 ते 2 पूरी कितनी होगी 5 ते 2। ਇਹਦਾ मतलब साढ़े को इत्थे लंबाई ते चौड़ाई मिल चुकी है, लंबाई ते चौड़ाई ध्यान देखना है। लंबाई तुसीं पता की है 5 ते चौड़ाई पता की है 2। समझ आ रहा है किस तरीके ने पता किया, लंबाई गुना चौड़ाई। एरिया तुहाडे कोल आ गया जी 10 सेंटीमीटर की घात 2 दूजे भाग का। हुण गल करते हैं तीजे भाग की। तीजा भाग जिहड़ा कि तुहाडे कोल हुण अनशेड एरिया है वो तीजा पार्ट है। देखो जी तीजे पार्ट का एरिया कड्ढण लई असीं की कर रहे हैं, आ देखो लंबाई कितनी दी गई है 10, तो साफ ही दिख रही है चौड़ाई कितनी है 3.5। तो ये भी ज़्यादा एफर्ट्स नहीं करनी पई, सानू लंबाई ते चौड़ाई ते एरिया कढ़ना है। लंबाई साडे कोल है 10 सेंटीमीटर, तो चौड़ाई है 3.5 सेंटीमीटर। तो लंबाई गुना चौड़ाई, दशमलव तोड़न का तरीका तुहानूं दस्सिया सीगा, इनू 35/10 लिखांगे, 10 नाल 10 कटिया गया, तो तुहाडे कोल एरिया कितना आ गया 35 सेंटीमीटर की घात 2। तो इस तरह तुसीं अपने तीनों हिस्सों के
तीन एरिया खेत्रफल पता कर चुके हो। हुण तुसीं पता करना है पूरा खेत्रफल, ਜਾਂ ਜਿਸ ਨੂੰ ਅਸੀਂ ਏਰੀਆ ਬੋਲਦੇ ਹਾਂ, ਤਾਂ ਅਸੀਂ ਪਹਿਲੇ ਖੇਤਰਫਲ ਜਮਾ ਦੂਜੇ ਖੇਤਰਫਲ ਅਤੇ ਜਮਾ ਤੀਜੇ ਖੇਤਰਫਲ ਨੂੰ ਜੋੜਾਂਗੇ ਅਤੇ ਇਹਨੂੰ ਜੋੜ ਕੇ ਸਾਡੇ ਕੋਲ ਕਿੰਨਾ ਆਂਸਰ ਆ ਗਿਆ 52 ਸੈਂਟੀਮੀਟਰ ਦੀ ਘਾਤ 2। ਇਸ ਤਰ੍ਹਾਂ ਅਸੀਂ ਦੇਖੋ ਦਿੱਤੀ ਗਈ ਫਿਗਰ ਦਾ ਏਰੀਆ ਵੀ ਪਤਾ ਕਰ ਲਿਆ ਪਹਿਲਾ ਪਾਰਟ, ਅਤੇ ਖੇਤਰਫਲ ਪਰਿਮਾਪ ਵੀ ਪਤਾ ਕਰ ਲਿਆ ਸਾਡੇ ਕੋਲ ਦੂਜਾ ਪਾਰਟ। ਅਤੇ ਤੁਹਾਡੇ ਸਾਹਮਣੇ ਡਾਇਗਰਾਮ ਹੈ, ਜਿਸ ਡਾਇਗਰਾਮ ਦਾ ਏਰੀਆ ਵੀ ਅਸੀਂ ਪਤਾ ਕਰ ਚੁੱਕੇ ਹਾਂ ਅਤੇ ਖੇਤਰਫਲ ਵੀ ਪਤਾ ਕਰ ਚੁੱਕੇ ਹਾਂ। ਏਰੀਆ ਅਤੇ ਪਰਿਮਾਪ, ਉਮੀਦ ਹੈ ਤੁਹਾਨੂੰ ਸਮਝ ਆਇਆ ਹੋਵੇਗਾ। ਇਹ ਸਾਡਾ ਪਹਿਲਾ ਪਾਰਟ ਹੈ ਜਿਸ ਵਿੱਚ ਅਸੀਂ ਏਰੀਆ ਪਤਾ ਕੀਤਾ ਹੈ, ਇਹ ਸਾਡਾ ਦੂਜਾ ਪਾਰਟ ਹੈ ਜਿਸ ਵਿੱਚ ਅਸੀਂ ਪਰਿਮਾਪ ਪਤਾ ਕੀਤਾ ਹੈ। ਡਾਇਗਰਾਮ ਤੁਹਾਡੇ ਸਾਹਮਣੇ ਹੈ, ਬੜੇ ਹੀ ਸਿੰਪਲ ਤਰੀਕੇ ਨਾਲ ਹਾਈਲਾਈਟ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਉਮੀਦ ਹੈ ਸਮਝ ਆਈ ਹੋਏਗੀ। ਹੁਣ ਇਸ ਦਾ ਦੂਜਾ ਪਾਰਟ ਦੇਖੋ। ਲਓ ਜੀ, ਇਸ ਡਾਇਗਰਾਮ ਦੇ ਵਿੱਚ ਵੀ ਅਸੀਂ ਸਭ ਤੋਂ ਪਹਿਲਾਂ ਕੀ ਪਤਾ ਕਰਾਂਗੇ ਏਰੀਆ ਅਤੇ ਪਰਿਮਾਪ। ਤੋਂ ਪਹਿਲਾਂ ਸਭ ਤੋਂ ਅਸੀਂ ਕੀ ਪਤਾ ਕਰਦੇ ਹੁੰਦੇ ਹਾਂ ਪਰਿਮਾਪ। ਪੈਰੀਮੀਟਰ, ਜੋ ਕਿ ਤੁਹਾਨੂੰ ਮੈਂ ਦੱਸ ਚੁੱਕਾ ਹਾਂ, ਬਹੁਤ ਹੀ ਸੌਖਾ ਹੈ। ਸਾਰੀਆਂ ਬਾਉਂਡਰੀ ਦੀਆਂ ਡਾਇਮੈਂਸ਼ਨ ਨੂੰ ਜੋੜਨਾ ਹੈ। ਦੇਖੋ ਸਭ ਤੋਂ ਪਹਿਲਾਂ 8, ਉਹਦੇ ਵਿੱਚ ਜੋੜ ਕਰਨਾ ਹੈ 5 ਨੂੰ, ਫਿਰ 1.5, 1.5 ਤੋਂ ਬਾਅਦ ਤੁਹਾਡੇ ਕੋਲ ਦੇਖੋ ਜੀ ਹੁਣ ਆਹ ਵਾਲੀ ਡਾਇਮੈਂਸ਼ਨ ਨਹੀਂ ਦਿੱਤੀ ਹੋਈ, ਨਹੀਂ ਦਿੱਤੀ ਨਾ, ਇਹ ਕੱਢਣੀ ਪੈਣੀ ਹੈ ਬੇਟਾ, ਧਿਆਨ ਰੱਖਿਓ ਇਸ ਗੱਲ ਦਾ। ਹੁਣ ਆਹ ਵਾਲੀ ਡਾਇਮੈਂਸ਼ਨ ਕਿੰਨੀ ਹੋਏਗੀ ਸੋਚੋ ਜ਼ਰਾ ਜੀ। ਆਹ 5 ਹੈ ਅਤੇ ਆਹ 1.5 ਹੈ। ਦੇਖੋ ਆਹ ਹਿੱਸਾ ਕਿੰਨਾ ਹੋਇਆ ਫਿਰ 1.5, ਅਤੇ ਇਹ ਹੋ ਗਿਆ ਤੁਹਾਡੇ ਕੋਲ 3.5। ਧਿਆਨ ਰੱਖਣਾ ਇਸ ਗੱਲ ਦਾ। ਅਤੇ 3.5 ਪਲੱਸ 2.5, ਕੋਈ ਬਾਊਂਡਰੀ ਨਹੀਂ ਛੱਡਣੀ। ਦੇਖੋ ਜਿੱਦਾਂ ਐਫ ਬਣਦਾ ਨਾ, ਪਹਿਲਾਂ ਆਹ ਬਾਊਂਡਰੀ ਆਈ, ਫਿਰ 2, ਫਿਰ 3, ਫਿਰ 4, ਫਿਰ 5, ਫਿਰ 6, 1.5, ਫਿਰ 7ਵੀਂ 1.5, ਫਿਰ 8ਵੀਂ ਆ ਨਹੀਂ ਪਤਾ ਤੁਹਾਨੂੰ, ਇਹ ਜਿੰਨੀ ਉੱਪਰ ਹੈ ਉਨੀ ਥੱਲੇ 1.5, ਫਿਰ 9ਵੀਂ 2.5, ਅਤੇ ਫਿਰ ਲਾਸਟ 10ਵੀਂ 1.5। ਲੱਗੀ ਸਮਝ? 1 2 3 4 5 6 7 8 9 10 ਹੋ ਗਈਆਂ 10 ਪੂਰੀਆਂ। ਹੁਣ ਇਹਨੂੰ ਜੋੜ ਕਰਨੀ ਹੈ ਬੇਟਾ, ਉਹੀ ਤਰੀਕਾ ਆਪਣਾ। ਬਗੈਰ ਦਸ਼ਮਲਵ ਵਾਲੀ ਸੰਖਿਆਵਾਂ ਚੱਕੋ। 8 ਅਤੇ 5 13, 13 ਤੋਂ ਬਾਅਦ ਕੋਈ ਹੈ ਹੀ ਨਹੀਂ ਦਸ਼ਮਲਵ ਤੋਂ ਬਗੈਰ, ਇਹਨੂੰ 13 ਲਿਖ ਦਿਓ। ਹੁਣ ਦਸ਼ਮਲਵ ਵਾਲੀ ਸੰਖਿਆਵਾਂ ਨੂੰ ਜੋੜ ਕਰਨੀ ਹੈ, ਧਿਆਨ ਨਾਲ ਦੇਖਣਾ ਹੈ। ਦੇਖੋ ਬੇਟਾ ਮੈਂ ਲਿਖ ਲਈਆਂ ਜਿਹੜੀਆਂ ਦਸ਼ਮਲਵ ਵਾਲੀ ਸੰਖਿਆਵਾਂ ਸੀਗੀਆਂ 5 10 15 20 25 30 35 40, 0 ਉੱਪਰ 4 ਲੱਗ ਗਿਆ, 4 ਤੇ 5 ਤੇ 3 8 9 10 11 12 13 14 15 ਤੇ 1 16। ਕਿੰਨਾ ਆਂਸਰ ਆ ਗਿਆ 16। ਅਤੇ ਆਪਣਾ ਆਂਸਰ ਆ ਗਿਆ 13 ਜਮਾ 16 29 ਸੈਂਟੀਮੀਟਰ ਪਰਿਮਾਪ ਆ ਚੁੱਕਾ ਹੈ। ਹੁਣ ਆਪਾਂ ਕੱਢਾਂਗੇ ਖੇਤਰਫਲ ਬੇਟਾ। ਖੇਤਰਫਲ ਪਤਾ ਕਰਨ ਲਈ ਆਪਾਂ ਇੱਕ ਲਾਈਨ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਕਿ ਖਿੱਚਣੀ ਹੁੰਦੀ ਹੈ, ਆਪਾਂ ਇਸ ਲਾਈਨ ਨੂੰ ਕੰਪਲੀਟ ਕਰ ਲਿਆ ਹੈ ਅਤੇ ਸਾਡੇ ਕੋਲ ਪਹਿਲਾ ਖੇਤਰਫਲ ਆ ਗਿਆ, ਦੂਜਾ ਖੇਤਰਫਲ ਆ ਚੁੱਕਾ ਹੈ ਅਤੇ ਤੀਜਾ ਖੇਤਰਫਲ ਇਹ ਵਾਲਾ ਆ ਚੁੱਕਾ ਹੈ, ਜਿਸ ਨੂੰ ਅਸੀਂ ਹਾਈਲਾਈਟ ਕਰਕੇ ਸਮਝਾਂਗੇ ਦੁਬਾਰਾ ਤੋਂ। ਇਸ ਵਾਰ ਫਿਰ ਸਾਡੇ ਕੋਲ 3 ਖੇਤਰਫਲ ਨੇ। ਹੁਣ ਸਭ ਤੋਂ ਪਹਿਲਾਂ ਪਹਿਲਾ ਖੇਤਰਫਲ ਕਰਦੇ ਹਾਂ। ਲਓ ਜੀ, ਪਹਿਲਾ ਪਾਰਟ ਤੁਹਾਡਾ ਹਾਈਲਾਈਟ ਹੋ ਚੁੱਕਾ ਹੈ, ਜਿਸ ਦੇ ਵਿੱਚ ਦੇਖੋ 1.5 ਅਤੇ ਆਹ ਪੂਰੀ ਲਾਈਨ ਤੁਹਾਡੇ ਕੋਲ ਜਿਹੜੀ ਹੈ ਉਹ 8 ਸੈਂਟੀਮੀਟਰ ਹੈ। ਇਹਦਾ ਮਤਲਬ ਲੰਬਾਈ 8 ਹੋ ਗਈ ਸੈਂਟੀਮੀਟਰ ਅਤੇ ਚੌੜਾਈ ਹੋ ਗਈ 1.5 ਸੈਂਟੀਮੀਟਰ, ਅਤੇ ਏਰੀਆ ਹੁੰਦਾ ਹੈ ਲੰਬਾਈ ਗੁਣਾ ਚੌੜਾਈ। ਇਹਦਾ ਮਤਲਬ ਅਸੀਂ ਦਸ਼ਮਲਵ ਨੂੰ ਤੋੜਾਂਗੇ ਅਤੇ 15/10 ਆ ਜਾਏਗਾ। 15 ਨੂੰ 8 ਨਾਲ ਗੁਣਾ ਕੀਤਾ 120, ਥੱਲੇ 10 ਸੀਗਾ ਕੱਟਿਆ ਗਿਆ, ਆਂਸਰ ਆ ਗਿਆ ਜੀ ਸਾਡੇ ਕੋਲ 12 ਸੈਂਟੀਮੀਟਰ ਦੀ ਘਾਤ 2। ਅਤੇ ਅਸੀਂ ਆਪਣਾ ਏਰੀਆ ਪਤਾ ਕਰ ਚੁੱਕੇ ਹਾਂ, ਜੋ ਕਿ ਪਹਿਲੇ ਪਾਰਟ ਦਾ ਆ ਗਿਆ ਹੈ 12 ਸੈਂਟੀਮੀਟਰ। ਗੱਲ ਕਰਦੇ ਹਾਂ ਦੂਜੇ ਭਾਗ ਦੀ। ਦੂਜੇ ਭਾਗ ਦੇ ਵਿੱਚ ਦੇਖੋ ਬੇਟਾ ਜੀ, ਆਹ ਪੂਰੀ 1.5 ਹੈ ਅਤੇ ਆਹ ਤੁਸੀਂ ਹੁਣੇ ਪਤਾ ਕਰ ਲਈ ਸੀ 3.5, ਅਤੇ ਲੰਬਾਈ ਅਤੇ ਚੌੜਾਈ ਮਿਲ ਗਈ ਨਾ। 5 ਨਹੀਂ ਲੈਣੀ, 5 ਪੂਰੀ ਆ। ਦੇਖੋ 5 ਵਿੱਚ ਗਰੀਨ ਵੀ ਆ ਰਿਹਾ ਅਤੇ ਸੰਤਰੀ ਵੀ ਆ ਰਿਹਾ, ਅਸੀਂ ਸਿਰਫ ਸੰਤਰੀ ਹਿੱਸਾ ਲੈਣਾ ਹੈ। ਅਤੇ ਲੰਬਾਈ ਆ ਗਈ 3.5 ਅਤੇ ਚੌੜਾਈ ਆ ਗਈ ਹੈ 1.5। ਅਤੇ ਏਰੀਆ ਹੁੰਦਾ ਹੈ ਲੰਬਾਈ
गुना चौड़ाई। दशमलव में तोड़ांगे तो 35/10 गुना 15/10। 35 ਨੂੰ ਅਸੀਂ 15 ਨਾਲ ਗੁਣਾ ਕਰਾਂਗੇ। 525/100 ਦਸ਼ਮਲਵ 2 ਤੋਂ ਬਾਅਦ ਲੱਗੇਗਾ। ਇਹਦਾ ਮਤਲਬ ਸਾਡਾ ਏਰੀਆ ਜਿਹੜਾ ਆ ਗਿਆ ਹੈ 5.25 ਆ ਗਿਆ ਹੈ। ਦੂਜਾ ਭਾਗ ਵੀ ਕੰਪਲੀਟ। ਤੀਜਾ ਪਾਰਟ ਦੇਖੋ ਜੀ, ਜਿਹਦੀ ਲੰਬਾਈ ਵੀ 1.5 ਹੈ, ਚੌੜਾਈ ਵੀ 1.5 ਹੈ, ਮਤਲਬ ਵਰਗ ਬਣ ਗਿਆ 1.5 ਤੇ 1.5। ਇਹਦਾ ਮਤਲਬ ਇਹਦਾ ਫਾਰਮੂਲਾ ਵੀ ਲੰਬਾਈ ਗੁਣਾ ਚੌੜਾਈ ਜਾਂ ਭੁਜਾ ਗੁਣਾ ਭੁਜਾ ਕੁਝ ਵੀ ਕਹਿ ਸਕਦੇ ਹਾਂ। 15/10 ਗੁਣਾ 15/10। 15 ਨੂੰ 15 ਨਾਲ ਗੁਣਾ ਕੀਤਾ 225 ਆ ਗਿਆ, ਬਟਾ 10 ਗੁਣਾ 10 100 ਆ ਗਿਆ। ਤੇ ਸਾਡਾ ਏਰੀਆ ਆ ਗਿਆ ਹੈ 2.25 ਸੈਂਟੀਮੀਟਰ ਦੀ ਘਾਤ 2। ਤੇ ਇਸ ਤਰ੍ਹਾਂ ਆਪਾਂ ਆਪਣੀ ਫਿਗਰ ਦੇ ਤਿੰਨੇ ਹਿੱਸਿਆਂ ਦਾ ਵੱਖਰਾ ਵੱਖਰਾ ਖੇਤਰਫਲ ਪਤਾ ਕਰ ਲਿਆ ਹੈ। ਹੁਣ ਅਸੀਂ ਕੁੱਲ ਖੇਤਰਫਲ ਪਤਾ ਕਰਨ ਜਾ ਰਹੇ ਹਾਂ। ਧਿਆਨ ਨਾਲ ਦੇਖਿਓ। ਪਹਿਲਾ ਖੇਤਰਫਲ 12, ਦੂਜਾ 5.25 ਤੇ ਤੀਜਾ 2.25। ਤਿੰਨਾਂ ਨੂੰ ਜੋੜ ਕਰ ਦੇਣੀ ਹੈ। 5 ਤੇ 2 7, 19.5। 19.50 ਸਾਡਾ ਆਨਸਰ ਆ ਗਿਆ। ਇਹ ਸਾਡਾ ਆ ਗਿਆ ਜੀ ਟੋਟਲ ਖੇਤਰਫਲ ਤਿੰਨੇ ਫਿਗਰਾਂ ਦਾ ਏਰੀਆ। ਉਮੀਦ ਹੈ ਤੁਹਾਨੂੰ ਸਮਝ ਆਇਆ ਹੋਵੇਗਾ ਕਿ ਕਿਸ ਤਰ੍ਹਾਂ ਮੈਂ ਏਰੀਆ ਪਤਾ ਕੀਤਾ। ਸਭ ਤੋਂ ਪਹਿਲਾਂ ਮੈਂ ਪਹਿਲੇ ਹਿੱਸੇ ਦਾ ਏਰੀਆ ਪਤਾ ਕੀਤਾ, ਫਿਰ ਦੂਜੇ ਹਿੱਸੇ ਦਾ ਏਰੀਆ ਪਤਾ ਕੀਤਾ, ਫਿਰ ਤੀਜੇ ਹਿੱਸੇ ਦਾ ਏਰੀਆ ਪਤਾ ਕਰਕੇ ਤਿੰਨੇ ਹਿੱਸਿਆਂ ਦੇ ਏਰੀਆ ਨੂੰ ਜੋੜ ਕਰਕੇ ਸਾਡਾ ਆਨਸਰ ਆ ਗਿਆ 19.50। ਇਹ ਸਾਡੇ ਪਹਿਲੇ ਪਾਰਟ ਦਾ ਆਨਸਰ ਆ ਗਿਆ ਜੀ ਖੇਤਰਫਲ ਦਾ, ਤੇ ਦੂਜੇ ਪਾਰਟ ਦਾ ਆਨਸਰ ਪਰਿਮਾਪ ਦਾ ਅਸੀਂ ਪਹਿਲਾਂ ਹੀ ਕੱਢ ਚੁੱਕੇ ਸੀਗੇ। ਉਮੀਦ ਹੈ ਸਮਝ ਆਇਆ ਹੋਵੇਗਾ। ਸਮਝ ਲੱਗੀ ਨਾ ਬੇਟਾ। ਏਰੀਆ ਆਹ ਵਾਲਾ ਹਿੱਸਾ ਏਰੀਆ ਕੱਢਿਆ ਹੈ, ਆਹ ਤੁਹਾਡਾ ਏਰੀਆ ਨਿਕਲਿਆ ਹੈ, ਤੇ ਆਹ ਤੁਹਾਡਾ ਪਰਿਮਾਪ ਨਿਕਲਿਆ ਹੈ। ਤੇ ਇਸ ਤਰ੍ਹਾਂ ਸਾਡੀ ਅਭਿਆਸ 11.1 ਪੂਰੀ ਕੰਪਲੀਟ ਹੋ ਚੁੱਕੀ ਹੈ। ਉਮੀਦ ਹੈ ਤੁਹਾਨੂੰ ਸਮਝ ਆਇਆ ਹੋਵੇਗਾ। ਜੇਕਰ ਵੀਡੀਓ ਵਧੀਆ ਲੱਗੀ ਹੋਵੇ, ਤੁਹਾਨੂੰ ਮੇਰਾ ਪੜ੍ਹਾਇਆ ਸਮਝ ਆ ਰਿਹਾ ਤਾਂ ਜ਼ਰੂਰ ਲਾਈਕ ਕਰਿਓ, ਜ਼ਰੂਰ ਕਮੈਂਟ ਕਰਿਆ ਕਰੋ, ਤੇ ਨਾਲ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਸਾਰੇ ਬੱਚਿਆਂ ਨੂੰ ਇਹਦਾ ਬੈਨੀਫਿਟ ਹੋ ਸਕੇ। ਤੇ ਜੇ ਕਿਸੇ ਬੱਚੇ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਦਿਓ।